ਸਤਿ ਸ਼੍ਰੀ ਅਕਾਲ। ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ੍ਰੀ ਅਕਾਲ ਜੀ। ਮਨੁੱਖੀ ਇਤਿਹਾਸ ਵਿੱਚ ਕਦੇ-ਕਦੇ ਕੋਈ ਅਜਿਹਾ ਕ੍ਰਾਂਤੀਕਾਰੀ ਵਿਚਾਰ ਜਨਮ ਲੈਂਦਾ ਹੈ ਜੋ ਸਦੀਆਂ ਤੋਂ ਚੱਲੀਆਂ ਆ ਰਹੀਆਂ ਪੁਰਾਣੀਆਂ ਜੰਗ ਲੱਗੀਆਂ ਜ਼ੰਜੀਰਾਂ ਨੂੰ ਪਲ ਭਰ ਵਿੱਚ ਤੋੜ ਕੇ ਰੱਖ ਦਿੰਦਾ ਹੈ। ਅੱਜ ਆਪਾਂ ਇੱਕ ਅਜਿਹੇ ਹੀ ਜ਼ਬਰਦਸਤ ਵਿਚਾਰ ਬਾਰੇ ਗੱਲ ਕਰਨ ਜਾ ਰਹੇ ਹਾਂ। ਸਿੱਖ ਧਰਮ ਦਾ ਇਤਿਹਾਸ ਅਤੇ ਇਸ ਦੇ ਬਾਣੀ ਗੁਰੂ ਨਾਨਕ ਦੇਵ ਜੀ ਦਾ ਸਫ਼ਰ ਇਤਿਹਾਸ ਦਾ ਸਿਰਫ ਇੱਕ ਪੰਨਾ ਨਹੀਂ ਹੈ, ਬਲਕਿ ਜੀਵਨ ਜਿਉਣ ਦਾ ਇੱਕ ਬਿਲਕੁਲ ਨਵਾਂ, ਨਿਡਰ ਅਤੇ ਸਭ ਨੂੰ ਬਰਾਬਰ ਸਮਝਣ ਵਾਲਾ ਨਜ਼ਰੀਆ ਹੈ। ਤਾਂ ਆਓ ਬਿਨਾਂ ਦੇਰੀ ਕੀਤਿਆਂ ਇਸ ਕਮਾਲ ਦੇ ਸਫ਼ਰ ਤੇ ਚੱਲੀਏ ਜਿਸ ਨੇ ਲੱਖਾਂ ਲੋਕਾਂ ਦੀ ਸੋਚ ਨੂੰ ਹਮੇਸ਼ਾ ਲਈ ਬਦਲ ਦਿੱਤਾ। ਅੱਜ ਦੇ ਸਫ਼ਰ ਵਿੱਚ ਆਪਾਂ ਕੀ ਕੁਝ ਦੇਖਾਂਗੇ? ਸਭ ਤੋਂ ਪਹਿਲਾਂ 1469 ਦੇ ਸੰਸਾਰ ਵੱਲ ਝਾਤ ਮਾਰਾਂਗੇ, ਫਿਰ ਸਮਝਾਂਗੇ ਕਿ ਅਸਲ ਵਿੱਚ ਸਿੱਖ ਕੌਣ ਹੈ। ਉਸ ਤੋਂ ਬਾਅਦ ਨਾਨਕ ਜੀ ਦੀ ਜਾਗ੍ਰਿਤੀ, ਉਹਨਾਂ ਦੀਆਂ ਮਹਾਨ ਉਦਾਸੀਆਂ, ਸਿੱਖ ਧਰਮ ਦੀਆਂ ਮੁੱਖ ਸਿੱਖਿਆਵਾਂ ਬਾਰੇ ਗੱਲ ਕਰਾਂਗੇ ਅਤੇ ਅੰਤ ਵਿੱਚ ਦੇਖਾਂਗੇ ਉਹਨਾਂ ਦੀ ਇੱਕ ਸਥਾਈ ਵਿਰਾਸਤ ਨੂੰ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ। 1469 ਦਾ ਸੰਸਾਰ। 15ਵੀਂ ਸਦੀ ਦਾ ਭਾਰਤ। ਸੱਚ ਦੱਸਾਂ ਤਾਂ ਇਹ ਬਹੁਤ ਹੀ ਗੁੰਝਲਦਾਰ ਦੌਰ ਸੀ। ਜ਼ਰਾ ਕਲਪਨਾ ਕਰੋ ਇੱਕ ਐਸੇ ਸਮਾਜ ਦੀ ਜਿੱਥੇ ਇੱਕ ਇਨਸਾਨ ਦੀ ਕੀਮਤ ਸਿਰਫ ਇਸ ਗੱਲ ਤੋਂ ਤੈਅ ਹੁੰਦੀ ਸੀ ਕਿ ਉਸਨੇ ਕਿਹੜੇ ਘਰ ਵਿੱਚ ਜਨਮ ਲਿਆ ਹੈ। ਆਮ ਲੋਕ ਕੱਟੜ ਰਸਮਾਂ, ਬਾਹਰੀ ਦਿਖਾਵੇ ਅਤੇ ਇੱਕ ਬਹੁਤ ਹੀ ਸਖਤ ਤੇ ਦਮਨਕਾਰੀ ਜਾਤੀ ਵਿਵਸਥਾ ਵਿੱਚ ਫਸੇ ਹੋਏ ਸਨ। ਹਾਲਾਤ ਇੰਨੇ ਮਾੜੇ ਸਨ ਕਿ ਕੁਝ ਲੋਕਾਂ ਨੂੰ ਸਿਰਫ ਉਹਨਾਂ ਦੀ ਜਾਤ ਕਰਕੇ ਛੂਣਾ ਵੀ ਪਾਪ ਮੰਨਿਆ ਜਾਂਦਾ ਸੀ। ਇਹ ਵਾਕਈ ਇੱਕ ਘੁੱਟਣ ਵਾਲਾ ਮਾਹੌਲ ਸੀ। ਪਰ ਠੀਕ ਇਸੇ ਦੌਰ ਵਿੱਚ ਉੱਤਰੀ ਭਾਰਤ ਵਿੱਚ ਭਗਤੀ ਅਤੇ ਸੂਫੀ ਲਹਿਰਾਂ ਦੇ ਰੂਪ ਵਿੱਚ ਤਾਜ਼ੀ ਹਵਾ ਦਾ ਇੱਕ ਬੁੱਲਾ ਵੀ ਆਇਆ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਸੂਫੀ ਫਕੀਰਾਂ ਨੇ ਇਹ ਹੋਕਾ ਦਿੱਤਾ ਕਿ ਪਰਮਾਤਮਾ ਨੂੰ ਬਾਹਰੀ ਕਰਮ ਕਾਂਡਾਂ ਨਾਲ ਨਹੀਂ, ਸਗੋਂ ਸੱਚੇ ਅੰਦਰੂਨੀ ਪਿਆਰ ਨਾਲ ਹੀ ਪਾਇਆ ਜਾ ਸਕਦਾ ਹੈ। ਉਹਨਾਂ ਨੇ ਮਨੁੱਖੀ ਬਰਾਬਰੀ ਦਾ ਜੋ ਬੀਜ ਬੀਜਿਆ, ਉਸਨੇ ਅੱਗੇ ਚੱਲ ਕੇ ਇੱਕ ਬਹੁਤ ਵੱਡੀ ਤਬਦੀਲੀ ਲਈ ਜ਼ਮੀਨ ਤਿਆਰ ਕੀਤੀ। ਹੁਣ ਆਉਂਦੇ ਹਾਂ ਦੂਜੇ ਭਾਗ ਤੇ। ਆਖਿਰ ਇੱਕ ਸਿੱਖ ਕੌਣ ਹੈ? ਇਸ ਇਤਿਹਾਸਿਕ ਪਿਛੋਕੜ ਵਿੱਚੋਂ ਇੱਕ ਬਿਲਕੁਲ ਨਵੀਂ ਪਹਿਚਾਣ ਉੱਭਰ ਕੇ ਸਾਹਮਣੇ ਆਈ। ਇਹ ਕੋਈ ਅਜਿਹੀ ਪਹਿਚਾਣ ਨਹੀਂ ਸੀ ਜੋ ਕਿਸੇ ਖਾਸ ਖਾਨਦਾਨ, ਜਾਤ ਜਾਂ ਜਨਮ ਤੇ ਆਧਾਰਿਤ ਹੋਵੇ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ਯ ਅਤੇ ਪਾਲੀ ਭਾਸ਼ਾ ਦੇ ਸੇਖਾ ਤੋਂ ਆਇਆ ਹੈ ਅਤੇ ਇਸ ਦਾ ਅਰਥ ਬਹੁਤ ਹੀ ਡੂੰਘਾ ਅਤੇ ਕਮਾਲ ਦਾ ਹੈ। ਇਸ ਦਾ ਮਤਲਬ ਹੈ ਸਿੱਖਣ ਵਾਲਾ ਜਾਂ ਚੇਲਾ। ਇਹ ਨਾ ਕੋਈ ਵਿਰਾਸਤ ਵਿੱਚ ਮਿਲਿਆ ਹੋਇਆ ਠੱਪਾ ਨਹੀਂ ਹੈ, ਸਗੋਂ ਇਹ ਮਨ ਦੀ ਇੱਕ ਅਵਸਥਾ ਹੈ। ਇੱਕ ਸਿੱਖ ਹੋਣ ਦਾ ਅਸਲ ਮਤਲਬ ਹੈ ਆਪਣੀ ਹਉਮੈ ਨੂੰ ਛੱਡ ਕੇ ਸਾਰੀ ਉਮਰ ਗੁਰੂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਵਾਲਾ ਇੱਕ ਨਿਮਰ ਵਿਦਿਆਰਥੀ ਬਣੇ ਰਹਿਣਾ। ਇਹ ਲਗਾਤਾਰ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਇੱਕ ਖੂਬਸੂਰਤ ਸਫ਼ਰ ਹੈ। ਅੱਗੇ ਵਧਿਆਂ ਤੀਜੇ ਭਾਗ ਵੱਲ, ਨਾਨਕ ਜੀ ਦੀ ਜਾਗ੍ਰਿਤੀ। ਇਸ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਈ। ਉਹਨਾਂ ਦਾ ਜਨਮ 1469 ਵਿੱਚ ਰਾਏ ਪੋਏ ਦੀ ਤਲਵੰਡੀ, ਜਿਸ ਨੂੰ ਆਪਾਂ ਅੱਜਕੱਲ੍ਹ ਨਨਕਾਣਾ ਸਾਹਿਬ ਕਹਿੰਦੇ ਹਾਂ, ਵਿਖੇ ਹੋਇਆ। ਉਹ ਬਚਪਨ ਤੋਂ ਹੀ ਦੁਨਿਆਵੀ ਪੀੜ ਨਾਲੋਂ ਬਿਲਕੁਲ ਵੱਖਰੇ ਸਨ। ਉਹਨਾਂ ਦੇ ਬਚਪਨ ਦਾ ਇੱਕ ਬਹੁਤ ਹੀ ਦਿਲਚਸਪ ਕਿੱਸਾ ਹੈ ਸੱਚੇ ਸੌਦੇ ਦਾ। ਇੱਕ ਵਾਰ ਕੀ ਹੋਇਆ ਕਿ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਕੁਝ ਪੈਸੇ ਦਿੱਤੇ ਤਾਂ ਜੋ ਉਹ ਮੰਡੀ ਜਾ ਕੇ ਕੋਈ ਮੁਨਾਫੇ ਵਾਲਾ ਵਪਾਰ ਕਰ ਸਕਣ, ਪਰ ਰਸਤੇ ਵਿੱਚ ਨੌਜਵਾਨ ਨਾਨਕ ਨੇ ਕੁਝ ਭੁੱਖੇ ਸਾਧੂਆਂ ਨੂੰ ਦੇਖ ਲਿਆ। ਹੁਣ ਆਮ ਵਪਾਰੀਆਂ ਵਾਂਗ ਮੁਨਾਫਾ ਕਮਾਉਣ ਦੀ ਬਜਾਏ ਉਹਨਾਂ ਨੇ ਉਹਨਾਂ ਪੈਸਿਆਂ ਦਾ ਭੋਜਨ ਖਰੀਦਿਆ ਅਤੇ ਉਹਨਾਂ ਭੁੱਖੇ ਸਾਧੂਆਂ ਨੂੰ ਛਕਾ ਦਿੱਤਾ। ਉਹਨਾਂ ਦੀ ਨਜ਼ਰ ਵਿੱਚ ਅਸਲੀ ਵਪਾਰ ਯਾਨੀ ਸਭ ਤੋਂ ਵੱਡਾ ਮੁਨਾਫਾ ਕਰੁਣਾ ਅਤੇ ਮਨੁੱਖਤਾ ਦੀ ਸੇਵਾ ਹੀ ਸੀ। ਇਹ ਛੋਟੀ ਜਿਹੀ ਘਟਨਾ ਸਾਨੂੰ ਦੱਸਦੀ ਹੈ ਕਿ ਉਹਨਾਂ ਦੀ ਸੋਚ ਉਸ ਵੇਲੇ ਵੀ ਕਿੰਨੀ ਐਡਵਾਂਸ ਸੀ। ਫਿਰ ਇੱਕ ਇਹੋ ਜਿਹਾ ਸਮਾਂ ਆਇਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਸੁਲਤਾਨਪੁਰ ਲੋਧੀ ਵਿੱਚ ਰਹਿੰਦਿਆਂ ਗੁਰੂ ਸਾਹਿਬ ਰੋਜ਼ਾਨਾ ਵਾਂਗ ਵਈ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਅਚਾਨਕ ਅਲੋਪ ਹੋ ਗਏ। ਲਗਾਤਾਰ 3 ਦਿਨਾਂ ਤੱਕ ਪੂਰੇ ਭਾਈਚਾਰੇ ਵਿੱਚ ਡੂੰਘੀ ਚਿੰਤਾ ਛਾਈ ਰਹੀ ਕਿ ਸ਼ਾਇਦ ਉਹ ਨਦੀ ਵਿੱਚ ਡੁੱਬ ਗਏ ਹਨ। ਪਰ ਜਦੋਂ ਉਹ 3 ਦਿਨਾਂ ਬਾਅਦ ਪ੍ਰਗਟ ਹੋਏ ਤਾਂ ਉਹ ਇੱਕ ਬ੍ਰਹਮੰਡੀ ਗਿਆਨ ਨਾਲ ਭਰੇ ਹੋਏ ਸਨ। ਉਹਨਾਂ ਨੇ ਆਪਣੀ ਚੁੱਪੀ ਤੋੜੀ ਅਤੇ ਜੋ ਪਹਿਲੇ ਸ਼ਬਦ ਉਹਨਾਂ ਦੇ ਮੂੰਹੋਂ ਨਿਕਲੇ, ਉਹਨਾਂ ਨੇ ਉਸ ਵੇਲੇ ਦੇ ਧਾਰਮਿਕ ਮਾਹੌਲ ਵਿੱਚ ਇੱਕ ਵੱਡਾ ਭੂਚਾਲ ਲਿਆ ਦਿੱਤਾ। ਉਹਨਾਂ ਨੇ ਐਲਾਨ ਕੀਤਾ, ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ। ਜ਼ਰਾ ਸੋਚ ਕੇ ਦੇਖੋ, ਧਰਮ ਦੇ ਨਾਮ ਤੇ ਬੁਰੀ ਤਰ੍ਹਾਂ ਵੰਡੇ ਅਤੇ ਲੜ ਰਹੇ ਸਮਾਜ ਵਿੱਚ ਇਹ ਗੱਲ ਕਹਿਣੀ ਕਿੰਨੀ ਕ੍ਰਾਂਤੀਕਾਰੀ ਸੀ। ਉਹਨਾਂ ਨੇ ਇੱਕੋ ਝਟਕੇ ਵਿੱਚ ਧਾਰਮਿਕ ਕੱਟੜਵਾਦ ਦੀਆਂ ਸਾਰੀਆਂ ਕੰਧਾਂ ਢਾ ਦਿੱਤੀਆਂ ਅਤੇ ਇਹ ਸਾਫ਼ ਕਰ ਦਿੱਤਾ ਕਿ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਇਨਸਾਨ ਬਿਲਕੁਲ ਇੱਕੋ ਜਿਹੇ ਹਨ। ਭਾਗ ਚੌਥਾ, ਮਹਾਨ ਉਦਾਸੀਆਂ। ਇਸ ਮਹਾਨ ਖੁਲਾਸੇ ਤੋਂ ਬਾਅਦ ਉਹ ਚੁੱਪ ਕਰਕੇ ਇੱਕ ਜਗ੍ਹਾ ਨਹੀਂ ਬੈਠੇ। ਉਹਨਾਂ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਮਿਲ ਕੇ ਇੱਕ ਐਸਾ ਸਫ਼ਰ ਸ਼ੁਰੂ ਕੀਤਾ ਜਿਸ ਦੀ ਮਿਸਾਲ ਇਤਿਹਾਸ ਵਿੱਚ ਕਿਤੇ ਹੋਰ ਮਿਲਣੀ ਲਗਭਗ ਨਾਮੁਮਕਿਨ ਹੈ। ਲਗਭਗ 20 ਸਾਲਾਂ ਤੱਕ ਉਹ ਲਗਾਤਾਰ ਪੈਦਲ ਤੁਰਦੇ ਰਹੇ।
ਸੋਚੋ 15ਵੀਂ 16ਵੀਂ ਸਦੀ ਦਾ ਸਮਾਂ ਜਦੋਂ ਆਵਾਜਾਈ ਦੇ ਸਾਧਨ ਨਾ ਮਾਤਰ ਸਨ, ਉਹਨਾਂ ਨੇ ਪੈਦਲ ਹੀ ਮਹਾਦੀਪ ਪਾਰ ਕਰ ਦਿੱਤੇ। ਉੱਤਰ ਵਿੱਚ ਬਰਫੀਲੇ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਸ਼੍ਰੀਲੰਕਾ ਤੱਕ ਔਰ ਪੂਰਬ ਵਿੱਚ ਅਸਾਮ ਤੋਂ ਲੈ ਕੇ ਪੱਛਮ ਦੇ ਰੇਗਿਸਤਾਨਾਂ ਨੂੰ ਪਾਰ ਕਰਦੇ ਹੋਏ ਮੱਕਾ ਅਤੇ ਬਗਦਾਦ ਤੱਕ ਪਹੁੰਚੇ। ਇਹ ਸੱਚੀਮੁੱਚ ਮਨੁੱਖੀ ਸਹਿਨਸ਼ੀਲਤਾ ਅਤੇ ਅਧਿਆਤਮਿਕ ਸਮਰਪਣ ਦੀ ਇੱਕ ਸਿਖਰ ਸੀ। ਲੋਕਾਂ ਦੇ ਦੁੱਖ ਦੂਰ ਕਰਨ ਅਤੇ ਸੱਚ ਦਾ ਸੁਨੇਹਾ ਦੇਣ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਇਨ੍ਹਾਂ ਯਾਤਰਾਵਾਂ ਵਿੱਚ ਬਿਤਾਇਆ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਆਖਿਰਕਾਰ 1522 ਵਿੱਚ ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਗਰ ਵਸਾਇਆ। ਹੁਣ ਆਂਦੇ ਹਾਂ 5ਵੇਂ ਭਾਗ ਤੇ, ਸਿੱਖ ਧਰਮ ਦੀਆਂ ਮੁੱਖ ਸਿੱਖਿਆਵਾਂ। ਕਰਤਾਰਪੁਰ ਵਿਖੇ ਟਿਕਣ ਤੋਂ ਬਾਅਦ ਉਹਨਾਂ ਨੇ ਉਹ ਫਲਸਫਾ ਦਿੱਤਾ ਜੋ ਅੱਜ ਦੇ ਸਮੇਂ ਵਿੱਚ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਉਸ ਵੇਲੇ ਸੀ। ਉਹਨਾਂ ਦਾ ਆਤਮਿਕ ਫਲਸਫਾ ਬਹੁਤ ਹੀ ਡੂੰਘਾ ਹੈ। ਉਹਨਾਂ ਨੇ ਸਿਖਾਇਆ ਕਿ ਪਰਮਾਤਮਾ ਇੱਕ ਹੈ ਜੋ ਬਿਨਾਂ ਕਿਸੇ ਰੂਪ ਦੇ ਕਣ-ਕਣ ਵਿੱਚ ਮੌਜੂਦ ਹੈ। ਅਤੇ ਮਨੁੱਖ ਦੀ ਸਭ ਤੋਂ ਵੱਡੀ ਬਿਮਾਰੀ ਕੀ ਹੈ? ਹਉਮੈ, ਯਾਨੀ ਹੰਕਾਰ। ਇਹੀ ਹੰਕਾਰ ਸਾਨੂੰ ਦੂਜਿਆਂ ਨਾਲੋਂ ਵੱਖਰਾ ਅਤੇ ਉੱਚਾ ਮਹਿਸੂਸ ਕਰਵਾਉਂਦਾ ਹੈ ਅਤੇ ਸਾਡੇ ਸਾਰੇ ਦੁੱਖਾਂ ਦੀ ਅਸਲ ਜੜ ਵੀ ਇਹੀ ਹੈ। ਜਦੋਂ ਕੋਈ ਇਨਸਾਨ ਇਸ ਹੰਕਾਰ ਨੂੰ ਛੱਡ ਕੇ ਹੁਕਮ ਯਾਨੀ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿੱਖ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਅਸਲੀ ਸ਼ਾਂਤੀ ਆ ਜਾਂਦੀ ਹੈ। ਅਤੇ ਹਾਂ, ਇਹ ਸਭ ਕੁਝ ਪਰਮਾਤਮਾ ਦੀ ਨਦਰ ਭਾਵ ਉਸ ਦੀ ਬਖਸ਼ਿਸ਼ ਜਾਂ ਮਿਹਰ ਨਾਲ ਹੀ ਸੰਭਵ ਹੋ ਸਕਦਾ ਹੈ। ਪਰ ਯਾਦ ਰੱਖਿਓ, ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਿਰਫ ਅੱਖਾਂ ਬੰਦ ਕਰਕੇ ਸਮਾਧੀ ਲਾਉਣ ਵਾਲਾ ਨਹੀਂ ਸੀ, ਇਹ ਪੂਰੀ ਤਰ੍ਹਾਂ ਅਮਲੀ ਸੀ। ਉਹਨਾਂ ਨੇ ਪਰਮਾਤਮਾ ਦਾ ਨਾਮ ਜਪਣ ਅਤੇ ਨਿਸ਼ਕਾਮ ਸੇਵਾ ਕਰਨ ਤੇ ਜ਼ੋਰ ਦਿੱਤਾ। ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਕ੍ਰਾਂਤੀਕਾਰੀ ਕਦਮ ਸੀ ਲੰਗਰ ਦੀ ਸ਼ੁਰੂਆਤ। ਉਸ ਸਮਾਜ ਬਾਰੇ ਸੋਚੋ ਜਿੱਥੇ ਇੱਕ ਉੱਚੀ ਜਾਤ ਵਾਲਾ ਵਿਅਕਤੀ ਕਿਸੇ ਅਖੌਤੀ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਪੈਣ ਤੇ ਵੀ ਪਿੱਟਿਆ ਜਾਂਦਾ ਸੀ, ਗੁੱਸੇ ਵਿੱਚ ਆ ਜਾਂਦਾ ਸੀ। ਗੁਰੂ ਸਾਹਿਬ ਨੇ ਕੀ ਕੀਤਾ? ਉਹਨਾਂ ਨੇ ਸਾਰਿਆਂ ਨੂੰ ਇੱਕੋ ਫਰਸ਼ ਤੇ, ਇੱਕੋ ਪੰਗਤ ਵਿੱਚ ਬਰਾਬਰ ਬਿਠਾਇਆ ਅਤੇ ਇੱਕੋ ਜਿਹਾ ਭੋਜਨ ਛਕਾਇਆ। ਲੰਗਰ ਸਿਰਫ ਢਿੱਡ ਦੀ ਭੁੱਖ ਮਿਟਾਉਣ ਲਈ ਨਹੀਂ ਸ਼ੁਰੂ ਕੀਤਾ ਗਿਆ, ਬਲਕਿ ਇਹ ਜਾਤੀਵਾਦ ਦੇ ਹੰਕਾਰ ਨੂੰ ਜੜੋਂ ਪੁੱਟਣ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਪ੍ਰੈਕਟੀਕਲ ਹਥਿਆਰ ਸੀ। ਹੁਣ ਜ਼ਰਾ ਇਸ ਅੰਕੜੇ ਵੱਲ ਦੇਖੋ, 974। ਗੁਰੂ ਸਾਹਿਬ ਦੀ ਅਧਿਆਤਮਿਕ ਦੇਣ ਕਿੰਨੀ ਵਿਸ਼ਾਲ ਸੀ, ਇਹ ਨੰਬਰ ਉਸ ਦੀ ਗਵਾਹੀ ਭਰਦਾ ਹੈ। ਇਹ ਸਿਰਫ ਬੋਲੇ ਗਏ ਆਮ ਸ਼ਬਦ ਨਹੀਂ ਸਨ, ਬਲਕਿ ਸੰਗੀਤਮਈ ਰਾਗਾ ਵਿੱਚ ਉਚਾਰੀ ਗਈ ਬਹੁਤ ਹੀ ਉੱਚੇ ਦਰਜੇ ਦੀ ਇਲਾਹੀ ਕਵਿਤਾ ਸੀ। ਜਪਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ ਗੋਸ਼ਟੀ ਵਰਗੀਆਂ ਮਹਾਨ ਬਾਣੀਆਂ ਨੇ ਇੰਨੇ ਡੂੰਘੇ ਫਲਸਫੇ ਨੂੰ ਬਿਲਕੁਲ ਆਮ ਬੋਲੀ ਵਿੱਚ ਲੋਕਾਂ ਤੱਕ ਪਹੁੰਚਾਇਆ। ਅਤੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਬਾਣੀ ਬਿਲਕੁਲ ਉਸੇ ਸ਼ੁੱਧ ਰੂਪ ਵਿੱਚ, ਬਿਨਾਂ ਕਿਸੇ ਬਦਲਾਅ ਦੇ, ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਬਿਲਕੁਲ ਉਵੇਂ ਜਿਵੇਂ ਗੁਰੂ ਸਾਹਿਬ ਨੇ ਇਸ ਨੂੰ ਉਚਾਰਿਆ ਸੀ। ਅਤੇ ਆਖਰੀ ਭਾਗ, ਇੱਕ ਸਥਾਈ ਵਿਰਾਸਤ। ਗੁਰੂ ਨਾਨਕ ਦੇਵ ਜੀ ਦੀ ਸੋਚ ਉਹਨਾਂ ਦੇ ਸਰੀਰਕ ਤੌਰ ਤੇ ਦੁਨੀਆ ਤੋਂ ਜਾਣ ਨਾਲ ਖਤਮ ਨਹੀਂ ਹੋਈ। ਉਹਨਾਂ ਨੇ ਇੱਕ ਬਹੁਤ ਹੀ ਕਮਾਲ ਦੀ ਸੰਸਥਾ ਦੀ ਨੀਂਹ ਰੱਖੀ ਸੀ। ਜਦੋਂ ਆਪਣਾ ਉੱਤਰਾਧਿਕਾਰੀ ਚੁਣਨ ਦਾ ਸਮਾਂ ਆਇਆ ਤਾਂ ਪਤਾ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੇ ਖੁਦ ਦੇ ਪੁੱਤਰਾਂ ਦੀ ਬਜਾਏ ਆਪਣੇ ਸਭ ਤੋਂ ਸਮਰਪਿਤ ਸਿੱਖ ਯਾਨੀ ਚੇਲੇ ਭਾਈ ਲਹਿਣਾ ਜੀ ਨੂੰ ਚੁਣਿਆ। ਇਹ ਸਾਬਿਤ ਕਰ ਦਿੱਤਾ ਕਿ ਅਧਿਆਤਮਿਕ ਅਗੁਵਾਈ ਕੋਈ ਪਰਿਵਾਰਕ ਜਾਗੀਰ ਨਹੀਂ ਹੈ, ਸਗੋਂ ਇਹ ਯੋਗਤਾ, ਨਿਮਰਤਾ ਅਤੇ ਸਮਰਪਣ ਦੀ ਮੰਗ ਕਰਦੀ ਹੈ। ਭਾਈ ਲਹਿਣਾ ਜੀ ਨੂੰ ਉਹਨਾਂ ਨੇ ਆਪਣੇ ਸਰੀਰ ਦਾ ਅੰਗ ਜਾਣ ਕੇ ਗੁਰੂ ਅੰਗਦ ਦਾ ਨਾਮ ਦਿੱਤਾ। ਬਸ ਇੱਥੋਂ ਹੀ 10 ਗੁਰੂ ਸਾਹਿਬਾਨਾਂ ਦੀ ਉਹ ਅਟੁੱਟ ਲੜੀ ਸ਼ੁਰੂ ਹੋਈ, ਜਿਸ ਨੇ ਆਉਣ ਵਾਲੀਆਂ ਸਦੀਆਂ ਲਈ ਸਿੱਖੀ ਦੇ ਇਸ ਪਵਿੱਤਰ ਬੂਟੇ ਨੂੰ ਸਿੰਜਿਆ। ਜੇ ਆਪਾਂ 1469 ਤੋਂ ਲੈ ਕੇ 1539 ਤੱਕ ਦੇ ਉਹਨਾਂ ਦੇ ਪੂਰੇ ਸਫ਼ਰ ਤੇ ਨਜ਼ਰ ਮਾਰੀਏ ਤਾਂ ਇਹ ਇੱਕ ਅਜਿਹੇ ਮਹਾਨ ਇਨਸਾਨ ਦੀ ਕਹਾਣੀ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਨੂੰ ਇਕਜੁੱਟ ਕਰਨ ਵਿੱਚ ਲਗਾ ਦਿੱਤੀ। ਤਲਵੰਡੀ ਦੀਆਂ ਭੀੜੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਦਾ ਸਫ਼ਰ, ਜਪਜੀ ਸਾਹਿਬ ਵਰਗੀ ਇਲਾਹੀ ਬਾਣੀ ਦੀ ਰਚਨਾ ਅਤੇ ਲੰਗਰ ਵਰਗੀ ਬੇਮਿਸਾਲ ਸੰਸਥਾ ਦੀ ਸਥਾਪਨਾ, ਇਹ ਸਭ ਇੱਕ ਮਹਾਨ ਜੀਵਨ ਦੇ ਬਹੁਤ ਹੀ ਅਹਿਮ ਪੜਾਅ ਹਨ। ਉਹਨਾਂ ਨੇ ਕਰਤਾਰਪੁਰ ਵਿਖੇ ਆਪਣੇ ਆਖਰੀ ਸਾਹ ਲਏ, ਪਰ ਉਹਨਾਂ ਨੇ ਗਿਆਨ ਦਾ ਜੋ ਚਾਨਣ ਵੰਡਿਆ ਉਹ ਅੱਜ ਵੀ ਕਰੋੜੋਂ ਦਿਲਾਂ ਨੂੰ ਰੋਸ਼ਨ ਕਰ ਰਿਹਾ ਹੈ। ਤਾਂ ਅਖੀਰ ਵਿੱਚ ਆਪਾਂ ਨੂੰ ਇਸ ਸਾਰੇ ਇਤਿਹਾਸ ਤੋਂ ਕੀ ਸਿੱਖਣਾ ਚਾਹੀਦਾ ਹੈ? ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਕਿ ਸਿੱਖ ਹੋਣ ਦਾ ਅਸਲ ਮਤਲਬ ਹੀ ਇੱਕ ਲਗਾਤਾਰ ਸਿੱਖਣ ਵਾਲਾ ਵਿਦਿਆਰਥੀ ਹੋਣਾ ਹੈ। ਹੁਣ ਜ਼ਰਾ ਸੋਚੋ, ਜੇ ਆਪਾਂ ਅੱਜ ਦੇ ਆਧੁਨਿਕ ਸੰਸਾਰ ਨੂੰ, ਜੋ ਅਜੇ ਵੀ ਜਾਤਾਂ, ਧਰਮਾਂ, ਦੇਸ਼ਾਂ ਅਤੇ ਅਮੀਰੀ ਗਰੀਬੀ ਦੇ ਨਾਮ ਤੇ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ, ਇੱਕ ਸੱਚੇ ਸਿੱਖਣ ਵਾਲੇ ਦੀ ਨਜ਼ਰ ਨਾਲ ਦੇਖੀਏ ਤਾਂ ਕੀ ਇਹ ਸਾਰੀਆਂ ਵੱਡੀਆਂ ਅਤੇ ਸਾਡਾ ਇਹ ਹੰਕਾਰ ਸਾਨੂੰ ਬਿਲਕੁਲ ਬੇਮਾਨੀ ਅਤੇ ਖੋਖਲਾ ਨਹੀਂ ਲੱਗੇਗਾ? ਇਸ ਸਵਾਲ ਤੇ ਜ਼ਰੂਰ ਵਿਚਾਰ ਕਰਿਓ। Thank you for watching the Punjabi script video. If you like the information, please like, share and subscribe to the channel.